ਆਪਾਂ ਹੁਣ ਤੁਸੀਂ ਅੰਦਰ ਹੀ ਖਿੱਚਣ ਲੱਗ ਪੈਨੇ ਆ ਤੇ ਲੋਕਾਂ ਨੇ ਕਹਿਣਾ ਆਪਾਂ ਨਹੀਂ ਡਰਦਾ ਹੀ ਨਹੀਂ ਬਾਹਰੋਂ ਬੋਲਦਾ। ਬਾਹਰ ਆਪਣੇ ਵਿਹੜੇ ਚੱਲਿਆ ਕਰੋ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਮਾਇਆ ਹੈ ਇਹ ਕੀ ਕਰਦੀ ਆ। ਮਾਇਆ ਪੈਣ ਨਾਲ ਬੰਦੇ ਨੂੰ ਪਤਾ ਕਿਵੇਂ ਲੱਗਦਾ ਵੀ ਮੇਰੇ ਤੇ ਮਾਇਆ ਪਈ ਹੋਈ ਹੈ। ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ ਆਪਣੀ ਬਾਣੀ ਦੇ ਵਿੱਚ, ਅਰਦਾਸ ਕਰਦੇ ਆ ਪਰਮੇਸ਼ਰ ਦੇ ਅੱਗੇ, ਜਿਹਨੂੰ ਇਹ ਲੋਕ ਕਹਿੰਦੇ ਸਰਬ ਵਿਆਪਕ। ਸਰਬ ਵਿਆਪਕ ਦੇ ਉਪਾਸ਼ਕ ਬਣਦੇ ਆ। ਇੱਕ ਵਾਰ ਅੱਗੇ ਵੀ ਇੱਕ ਮੇਰੇ ਕੋਲ ਆਇਆ ਸੀਗਾ ਸਾਧੂ, ਕਹਿਣ ਲੱਗਾ ਜੀ ਅਸੀਂ ਸਰਬ ਵਿਆਪਕ ਦੇ ਉਪਾਸ਼ਕ ਹੈ। ਮੈਂ ਕਿਹਾ ਧੰਨ ਭਾਗ, ਇਹ ਤੁਸੀਂ ਸਰਬ ਵਿਆਪਕ ਦੇ ਉਪਾਸ਼ਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਕਿਹਾ ਸੰਤ ਜੀ ਜੇਕਰ ਮੈਂ ਬੋਲਾਂ ਉਹ ਟਾਈਮ ਦਿਓਗੇ? ਕਹਿੰਦਾ ਤੂੰ ਬੋਲ ਸਕਦਾ, ਬੋਲ। ਮੈਂ ਕਿਹਾ ਜੀ ਸਰਬ ਵਿਆਪਕ ਤੁਸੀਂ ਦੇਖਿਆ, ਇਹ ਬਿਰਤੀ ਹੈ, ਇੱਕ ਸਾਧੂ ਦੀ ਬਿਰਤੀ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ। ਇਹ ਸੰਤ ਦੀ ਬਿਰਤੀ ਹੈ, ਤੁਹਾਡੀ ਬਿਰਤੀ ਨਹੀਂ ਹੈ। ਕੀ ਤੁਸੀਂ ਸਾਰਿਆਂ ਵਿੱਚ ਰੱਬ ਨੂੰ ਗਿਣਦੇ ਆ? ਫਿਰ ਤਾਂ ਤੁਹਾਡਾ ਕੋਈ ਦੁਸ਼ਮਣ ਹੀ ਹੈ ਨਹੀਂ। ਤੁਸੀਂ ਕਿਉਂ ਘੰਟਾ ਘੰਟਾ ਲੱਗੇ ਰਹਿੰਦੇ ਆ ਬੋਲਦੇ? ਜੇਕਰ ਸਾਰਿਆਂ ਵਿੱਚ ਹੀ ਰੱਬ ਹੈ ਤੇ ਜਿੰਨੇ ਇਹ ਗ੍ਰੰਥੀ ਸਿੰਘ ਆ ਜਾਂ ਹੋਰ ਕੋਈ ਸਿੰਘ ਸਾਹਿਬਾਨ, ਸਾਰਿਆਂ ਦੇ ਖਿਲਾਫ ਤੁਸੀਂ ਬੋਲਦੇ ਆ। ਇਹ ਕਿਉਂ ਬੋਲਦੇ ਆ ਫਿਰ? ਉਹ ਵੀ ਗੋਬਿੰਦ ਦਾ ਸਰੂਪ ਹੀ ਆ। ਮੈਂ ਕਿਹਾ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਜਟਕਾ ਜੀ, ਕਿਉਂਕਿ ਮੈਂ ਇੰਨਾ ਪੜ੍ਹਿਆ ਲਿਖਿਆ ਤਾਂ ਹੈ ਨਹੀਂਗਾ, ਪਰ ਫਿਰ ਵੀ ਮੈਂ ਕਿਹਾ ਤੁਸੀਂ ਜਾਨਵਰਾਂ ਵਿੱਚ ਵੀ ਰੱਬ ਨੂੰ ਵੇਖਦੇ ਆ? ਕਹਿੰਦਾ ਹਾਂਜੀ। ਦੇਖੋ ਸਾਹਮਣੇ ਕੀ ਆ? ਕਹਿੰਦਾ ਗਧਾ। ਮੈਂ ਕੋਈ ਗੋਬਿੰਦ ਦਾ ਰੂਪ ਨਹੀਂ? ਕਹਿੰਦਾ ਗੋਬਿੰਦ ਦਾ ਰੂਪ ਹੈ। ਅੱਗੇ ਇਹਨੂੰ ਬਾਪ ਕਹਿ। ਤੁਸੀਂ ਕਹਿਣ ਮਾਤਰ ਗੱਲਾਂ ਕਰਦੇ ਆ, ਮੰਨਣ ਵਾਲੀਆਂ ਨਹੀਂ ਗੱਲਾਂ ਕਰਦੇ। ਸਰਬ ਵਿਆਪਕ ਨੂੰ, ਧਰਤੀ ਵਿੱਚ ਸਾਰੇ ਪਾਣੀ ਆ। ਜੇ ਆਪਾਂ ਪਾਣੀ 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 ਕਰੀ ਜਾਵਾਂਗੇ, ਜਿੱਥੇ ਪਾਣੀ ਕੋਈ ਨਲਕਾ ਲੱਗਾ ਜਾਂ ਕੋਈ ਬੋਰ ਹੈ ਜਾਂ ਕੋਈ ਖੂਹ ਹੈ, ਮੱਕੇ ਦੇ ਵਿੱਚ ਉੱਥੇ ਇੱਕ ਖੂਹ ਹੈ ਜਮਜਮ। ਮੁਸਲਮਾਨ ਲੋਕ ਜਣਦੀ ਜਿੰਨੇ ਵੀ ਹੱਜ ਕਰਨ ਜਾਂਦੇ ਸਾਰੇ ਉੱਥੋਂ ਦਾ ਅੰਮ੍ਰਿਤ ਲੈ ਕੇ ਆਉਂਦੇ ਆ। ਹਿੰਦੂ ਮਤ ਦੇ ਲੋਕ ਸ੍ਰੀ ਗੰਗਾ ਜੀ ਤੋਂ ਜਲ ਲੈ ਕੇ ਆਉਂਦੇ ਆ। ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੈ ਤਿਸ ਕੀ ਗਤ ਹੋਵੇ, ਜੀਵਤ ਬਹੁੜ ਨਾ ਜਨਮ ਪਰਮਾਮ। ਸਤਿਗੁਰਾਂ ਨੇ ਪਰਮੇਸ਼ਰ ਦਾ ਨਾਮ ਕਿਹਾ। ਜੇ ਗੰਗਾ ਤੇ ਇਸ਼ਨਾਨ ਕਰਕੇ ਵੀ ਤੁਸੀਂ ਰਾਮ ਰਾਮ ਨਹੀਂ ਕਰਦੇ, ਤੁਹਾਡਾ ਇਸ਼ਨਾਨ ਕੀਤਾ ਸਫਲਾ ਨਹੀਂ ਹੈ। ਕਈ ਸਿੱਖ ਜਾਂਦੇ ਆ ਸ੍ਰੀ ਅੰਮ੍ਰਿਤਸਰ, ਉੱਥੋਂ ਦਾ ਜਲ ਲੈ ਕੇ ਆਉਂਦੇ ਆ, ਤੇ ਜੇਕਰ ਉੱਥੇ ਧੰਨ ਗੁਰੂ ਨਾਨਕ ਕਹਿ ਕੇ ਇਸ਼ਨਾਨ ਨਹੀਂ ਕੀਤਾ ਤਾਂ ਤੁਹਾਡਾ ਇਸ਼ਨਾਨ ਸਫਲਾ ਨਹੀਂ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਅੰਦਰ ਗਿਆਨ ਹੀ ਹੈ ਨਹੀਂਗਾ, ਕੀ ਕਰੋਗੇ ਤੁਸੀਂ? ਸਰਬ ਵਿਆਪਕ ਦੇ ਅਸੀਂ ਉਪਾਸ਼ਕਾ। ਫਿਰ ਤਾਂ ਤੁਹਾਡਾ ਕੋਈ ਦੁਸ਼ਮਣ ਹੀ ਹੈ ਨਹੀਂ। ਮੰਦਾ ਤੁਸੀਂ ਕਾਹਤੋਂ ਕਹਿੰਦੇ? ਮੰਦਾ ਕਿਸ ਨੂੰ ਆਖੀ ਹੈ?
ਜੇ ਸਰਵ ਵਿਆਪਕ ਹੈ ਫਿਰ ਮੰਦਾ ਕਿਹਨੂੰ ਕਹਿੰਦੇ ਆ? ਨਹੀਂ, ਇਹ ਤੁਹਾਡੀ ਕਹਿਣੀ ਕਥਨੀ 'ਚ ਫਰਕ ਆ। ਮੈਂ ਬੇਨਤੀ ਕਰ ਰਿਹਾ ਸੀਗਾ, ਬਾਬਾ ਕਬੀਰ ਜੀ ਨੇ ਬੇਨਤੀ ਕਰਨ ਦਾ ਢੰਗ ਦੱਸਿਆ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਗੁਰੂ ਸਾਹਿਬਾਂ ਨੇ ਬਾਣੀ ਉਚਾਰਨ ਕੀਤੀ ਹੈ, ਕਿਤੇ ਕਬੀਰ ਜੁਲਾਹਾ, ਕਿਤੇ ਰਵਿਦਾਸ, ਚਮਾਰ ਜਾਂ ਇੱਦਾਂ ਦੇ ਕੁਝ ਸ਼ਬਦ ਵਰਤੇ ਆ ਉਹਨਾਂ ਨੇ ਆਪ, ਮੈਂ ਨਹੀਂ ਵਰਤੇ। ਜਿਹੜੇ ਉਹਨਾਂ ਨੇ ਸ਼ਬਦ ਵਰਤੇ ਆ ਉਹ ਸਾਨੂੰ ਸਮਝਾਉਣ ਦੀ ਖਾਤਰ ਵਰਤੇ ਆ। ਮੈਂ ਕਈ ਗ੍ਰੰਥੀ ਸਿੰਘ ਇਹ ਦੇਖਦਾ ਹੁੰਨਾ, ਇਹ ਜਿੱਥੇ ਆਊਗੀ ਅਖੀਰਲੀ ਤੁਕ ਆਊਗੀ, ਨਾਨਕ ਨੀਚ, ਬੜਾ ਘਰੋੜ ਕੇ ਬੋਲਦੇ ਆ। ਮੈਂ ਕਿਹਾ ਗੁਰੂ ਨਾਨਕ ਨੀਚ ਹੈ? ਇਹ ਤਾਂ ਨੀਵਿਆਂ ਨੂੰ ਉੱਚਾ ਕਰਨ ਵਾਲਾ ਹੈ। ਨਾਮ ਲਈਏ ਸਤਿਗੁਰੂ ਨਾਨਕ ਕੇ, ਦੁੱਖ ਰੋਗ ਮਿਟੇ ਸੋ ਭਿਆਨਕ। ਤਾਂ ਬੰਦਾ ਠੀਕ ਹੋ ਜਾਂਦਾ। ਤੇ ਸਾਡੇ ਇੱਥੇ ਜਿੰਨੇ ਗ੍ਰੰਥੀ ਸਿੰਘ ਆ, ਮੈਂ ਤਾਂ ਵੈਸੇ ਜਿਹੜੀ ਇਹ ਗ੍ਰੰਥੀ ਸਿੰਘ ਆ, ਮੈਂ ਇਹਨਾਂ ਨੂੰ ਇੰਨਾ ਨਹੀਂ ਮੈਂ ਮੰਨਦਾ, ਕਿਉਂਕਿ ਮੈਂ ਇੱਕ ਦੋ ਗ੍ਰੰਥੀ ਸਿੰਘ ਦੇਖੇ ਆ ਆਪਣੇ ਆ ਕੋਤਰੀਆਂ ਦੇ ਉੱਤੇ ਜੰਡੀ ਇਹਨਾਂ ਦੇ ਮੂਹਰੇ ਮੋਬਾਈਲ ਰੱਖਿਆ ਹੁੰਦਾ, ਨਾਲੇ ਫਿਲਮ ਦੇਖੀ ਜਾਂਦੇ, ਨਾਲੇ ਉਹ ਸੱਚੇ ਕੇ ਗੁਣ ਗਾਵਣੀਆਂ, ਨਾਲੇ ਉਧਰ ਫਿਲਮ ਦੇਖੀ ਜਾਣੀ ਜੇ, ਨਾਲੇ ਉਧਰ ਸਾਰਾ ਕੁਝ ਕਰੀ ਜਾਣ। ਇਹੋ ਜਿਹੇ ਲੋਕਾਂ ਦੇ ਕੀਤੇ ਹੋਏ ਪਾਠ ਕੀ ਤੁਹਾਨੂੰ ਉਤਾਰ ਦੇਣਗੇ? ਨਹੀਂ ਉਤਾਰ ਸਕਦੇ। ਮੈਂ ਵਿਰੋਧ ਕਰਦਾ, ਮੈਨੂੰ ਕਿਸੇ ਦਾ ਡਰ ਨਹੀਂ ਹੈ, ਜਾਂ ਨਾਨਕਸਰ ਵਾਲੇ ਦਾ ਜਾਂ ਹੋਰ ਕਿਸੇ ਦਾ। ਮੈਂ ਵਿਰੋਧ ਕਰਦਾ, ਮੈਂ ਵਿਰੋਧ ਦੇ ਵਿੱਚ ਆ। ਮੈਂ ਆਪਣੇ ਵੀ, ਮੇਰਾ ਵੀ ਸਮਾਗਮ ਆ ਰਿਹਾ, ਉਹਦੇ ਵਿੱਚ ਪਾਠੀ ਸੋਧ ਕੇ ਰੱਖਣੇ ਆ। ਕਿਸੇ ਦੇ ਹੱਥ ਵਿੱਚ ਮੋਬਾਈਲ ਨਹੀਂ ਹੋਊਗਾ, ਜਾਂ ਬਲੂ ਪ੍ਰਿੰਟ ਦੇਖੀ ਜਾਣਗੇ। ਗੁਰੂ ਸਾਹਿਬਾਂ ਦੀ ਤਾਬਿਆ ਦੇ ਵਿੱਚ ਜਿੱਥੇ ਮੈਕ ਰੱਖਦੇ ਹੁੰਦੇ ਆ, ਉਹ ਉੱਥੇ ਮੋਬਾਈਲ ਰੱਖ ਲੈਣਗੇ, ਬਲੂ ਪ੍ਰਿੰਟ ਚਲਾ ਲੈਣਗੇ, ਨਾਲੇ ਉਹ ਬਸ ਸੱਚੇ ਕੇ ਗੁਣ ਗਾਵਣੇ, ਸੱਚੇ ਕੇ ਗੁਣ ਗਾਵਣੇ। ਉਹ ਇਹੋ ਜਿਹੇ ਕੰਮ ਕਰਦੇ। ਸਾਡਾ ਧਰਮ ਕਿੱਧਰ ਨੂੰ ਜਾ ਰਿਹਾ? ਧਰਮ ਸਾਡਾ ਥੱਲੇ ਨੂੰ ਜਾ ਰਿਹਾ, ਉੱਪਰ ਨੂੰ ਨਹੀਂ ਆ ਰਿਹਾ। ਇੰਨੀਆਂ ਕੁਰੀਤੀਆਂ ਆ ਚੁੱਕੀਆਂ, ਤੇ ਜੇਕਰ ਆਪਾਂ ਹੁਣ ਕੁਰੀਤੀਆਂ ਦੀ ਗੱਲ ਹੀ ਨਾ ਕਰੀਏ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਬਾਜੇ ਤੇ ਫੜ ਕੇ ਲੱਗ ਪੈਣਗੇ, ਢੋਲਕੀਆਂ ਬਾਜੇ ਵਜਾਉਣਗੀਆਂ, ਦਾ ਤੇਰੇ ਦੀ, ਦਾ ਤੇਰੇ ਦੀ। ਇੱਕ ਨੇ ਆ ਪਾਈ ਆਪਣੇ ਨਾਨਸਰ ਵਾਲਾ ਸੀਗਾ, ਉਹ ਚੱਲ ਮੈਂ ਉਹਦਾ ਨਾਂ ਨਹੀਂ ਲੈਂਦਾ, ਉਹਨੇ ਜੋੜੀ ਦੀ ਬਸ ਦੜ ਕਰਕੇ ਪਾਤੀ। ਇਹ ਬਾਬੇ ਰਾਗ ਵੀ ਜਾਣਦੇ ਆ। ਇਹੋ ਜਿਹੇ ਲੋਕ ਜਿਹੜੇ ਹੈਗੇ ਆ, ਮੈਂ ਇਹਨਾਂ ਨੂੰ ਅੱਛਾ ਨਹੀਂ ਮੰਨਦਾ। ਜਿਹੜੇ ਆਗੂ ਹੈ, ਕੋਈ ਸਾਧੂ ਹੈ, ਕੋਈ ਸੰਤ ਹੈ, ਕੋਈ ਫਕੀਰ ਹੈ, ਇਹ ਸਿਰਫ ਸੇਧ ਦੇਣ ਵਾਸਤੇ ਆਏ ਆ। ਸਮੱਤ ਮੇਰੇ ਮਾਲਕ ਦੀ ਹੈ, ਆਪਣੀ ਇਹਨਾਂ ਦੀ ਕੋਈ ਸਮੱਤ ਨਹੀਂ, ਨਾ ਇਹਨਾਂ ਦੇ ਮਗਰ ਲੱਗਿਓ। ਮੈਂ ਜਿੰਨੇ ਵੀ ਆ ਹੈਗੇ ਆ ਨਾ, ਸਾਰੇ ਗਿਣਤੀ ਦੇ ਸੰਤ ਮਹਾਰਾਜ, ਇਹਨਾਂ ਸਾਰੇ ਨੇ ਆਪਣੇ ਚੇਲੇ ਬਣਾਏ ਆ। ਉਹ ਆਪਣੇ ਦਸਵੰਧ ਇਕੱਠਾ ਕਰਦੇ ਆ, ਦਸਵੰਧ ਇੱਥੇ ਹੀ ਲੈ ਕੇ ਆਉਣਾ, ਹੋਰ ਕਿਤੇ ਨਹੀਂ। ਦੇਖਿਓ ਕਿਤੇ ਚਰਨ ਸੇ ਉਹਨੂੰ ਦਸਵੰਧ ਦੇ ਗਏ, ਸਾਨੂੰ ਤਾਂ ਬੜਾ ਘਾਟਾ ਪੈ ਜੂ। ਮੈਂ ਸੱਚੀ ਗੱਲ ਕਹਿਣੋਂ ਹਟਣਾ ਨਹੀਂ। ਆਪਣੇ ਮਨਾਂ ਅੰਦਰ ਝਾਤੀਆਂ ਮਾਰ ਲਓ, ਝਾਤੀਆਂ ਮਾਰ ਕੇ ਪਤਾ ਲੱਗਦਾ ਵੀ ਅਸੀਂ ਕੀ ਕੰਮ ਕੀਤਾ। ਇਹ ਸਭ ਮਾਇਆ ਦਾ ਡੰਬਰ ਹੈ। ਮਾਇਆ ਕੀ ਕਰਦੀ ਹੈ? ਬਾਬਾ ਕਬੀਰ ਜੀ ਜ਼ਿਕਰ ਕਰਦੇ ਆ, ਪਰਮੇਸ਼ਰ ਅੱਗੇ ਬੇਨਤੀ ਕਰੋ। ਮੇਰਾ ਪਰਮੇਸ਼ਰ ਤਾਂ ਗੁਰੂ ਨਾਨਕ ਬਾਬਾ ਆਨੰਦ ਸਿੰਘ ਹੈ। ਮੈਂ ਤੇ ਇਹਦੇ ਅੱਗੇ ਬੇਨਤੀ ਕਰਦਾ ਹਾਂ, ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਇਹ ਜਿਹੜੀ ਮਾਇਆ ਹੈ,
हे गुरु नानक बाबा जी, ये माया ने तेरे चरणों तो दूर कर दी है। किस तरह? माया का पता किस तरह लगता गृहस्थी नूं? किंचित प्रीत न उपजा जन कहो जन कहा करे विचारे। गुरुद्वारे नूं सिद्धा जांदा जांदा ठेके नूं तुर जांदा, मंदिर नूं जांदा उधर टेढ़ा हो जांदा, मस्जिद नूं जांदा होया टेढ़ा हो जांदा, शराब पीण लग पैंदा, चर्च नूं जांदा होया पुठे राह पै जांदा। माया पहचान रखो माया की, सानू जिहड़ी पुठे पासे लाउंदी आ कि माया पै गई। जे तुहाडी गड्डी गुरु घर नूं आउंदी है फिर है माया दो प्रकार दी, दो चलावे राह, एक लै जांदी सुरग नूं एक नरक लै जा। परमेश्वर ने किरपा की, बख्शिश की, गृहस्थी नूं गड्डी सौंपी ते जेकर अपने परिवार नूं विच बिठा के किसी गुरु अस्थान ते मत्था टेकण तुर गया, जे कह दिए गुरु अस्थानां च की आ, इत्थे कई कह भी दिंदे आ उत्थे की आ। साडे एक मैनू कहंदा सीगा, कहंदा तुसीं चरण सो कोले जाने हो, उहदे कोल की आ? वो बंदे भी घैंट सीगे, वो कहते तेरे कोल की है, तू दस दे जिहड़ा तेरे कोल हैगा। मैं इहो ਜਿਹੇ लोगों के बहुत खिलाफ हाँ, जिन्हों ने भी जोड़िया अमृत छका छका के आपदे चेले बनाए। कलगीधर दे चेले तो कोई बनाया ही नहीं। कलगीधर के नां ते किहड़ा दसवंध कढ़दा? दसवंध ना बाबियां दे नां ते कढ़दे आ। कढ़दे आ जां नहीं? कोई झूठी गल तो नहीं है। चुभूगी गल तुहानूं, ये गल मेरी चुभूगी। बाबा कबीर जी जिक्र करते, कंचित प्रीत ना उपजै जन कहो जन कहाँ करे विचारे। गरीब नवाज मन ही नहीं करता सवेरे उठण नूं, मूँह दे विचों वाहिगुरू नहीं निकलदा। राम राम नहीं, अल्लाह अल्लाह नहीं कह हुंदा। ना गौड़ निकलदा। ये सारी माया की खेड है। किंचित प्रीत ना उपजै जन कहो जन कहा करे विचार। फिर समझाते त्रिग तन तिरकार है उस शरीर नूं जिहड़ा परमेश्वर दा सिमरन भजन नहीं करता, शुकराना नहीं करता। जिहड़ा शुकराना करता है वो ठीक है। कलगीधर ने कहते सिखा 100 कमाया 90 तेरे 10 मेरे, दसवंध मंगया। रहतनामा में जिक्र आउंदा दसवंध गुरु नह दे बई, झूठ बोल जो खाए कहे गोबिंद सिंह लाल जी, जिसका किशना बसाए। नंद लाल मैं सिख का तबार नहीं करता। मैं बेनती कर रहा सी त्रिग तान, त्रिग तान वो माया नूं भी तरकार है, जिहड़ी गुरु वाले पासे नहीं लगती। त्रिग तान त्रिग तान वो बुद्धि नूं भी तरकार है। त्रिग त्रिग मत बुद्ध फनी, इस माया से दृढ़ कर रखो बांधे आप बचनी। आप जी ने बचन किया सी, है परमेश्वर आप जी ने बचन किया सी। जदों माया घरों निकली है वो कहती मैं तेरा एक भी भगत नहीं रहन दूंगी, सब माया दे विचों लुभाएमान कर लूँ।
ਮਾਇਆ ਦਾ ਤਿਆਗੀ ਹੋਇਆ। ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਬਾਣੀ ਵਿੱਚ ਜ਼ਿਕਰ ਆਉਂਦਾ, ਮੈਂ ਕੋਈ ਆਪਣੇ ਲਫ਼ਜ਼ ਨਹੀਂ ਕਹਿੰਦਾ। ਰਵਿਦਾਸ ਮਾਇਆ ਦਾ ਤਿਆਗੀ ਹੋਇਆ। ਕਿੱਤੇ ਦਾ ਕੀ ਸੀ, ਮਰੇ ਹੋਏ ਪਸ਼ੂ ਚੱਕਣੇ। ਮਾਇਆ ਉਹਦੇ ਨੇੜੇ ਨਹੀਂ ਗਈ, ਦੂਰ ਰਹਿੰਦੀ ਸੀ ਕਹਿੰਦਾ। ਕਬੀਰ ਸਾਹਿਬ ਤੋਂ ਦੂਰ ਰਹੀ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਨੂੰ ਹੱਥ ਲਾ ਕੇ ਨਹੀਂ ਦੇਖਿਆ। ਸੂਈ ਦੇ ਨੱਕੇ ਜਿੰਨੀ ਜਾਇਦਾਦ ਆਪਣੇ ਨਾਮ ਨਹੀਂ ਕਰਵਾਈ। ਇਕੱਲੀ ਇਸਤਰੀ ਨਾਲ ਗੱਲ ਨਹੀਂ ਕੀਤੀ। ਕਿ ਇੱਕ ਬਾਬਾ ਜੀ ਕਹਿੰਦੇ ਸੀ, ਮੈਂ ਹੱਥੀਂ ਅੰਮ੍ਰਿਤ ਨਹੀਂ ਛਕਾਉਣਾ। ਕਿਉਂ? ਲੋਕ ਕੋਈ ਏਦਾਂ ਨਾ ਕਹਿਣ ਵੀ ਅਸੀਂ, ਬਾਬਾ ਜੀ ਆਪਦਾ ਨਾਮ ਲੈ ਕੇ ਕਹਿੰਦੇ ਹੁੰਦੇ ਸੀ ਵੀ ਨੰਦ ਸਿਓ ਤੋਂ ਅੰਮ੍ਰਿਤ ਛਕਿਆ। ਨਾ ਮੈਂ ਕਿਸੇ ਨੂੰ ਨਾਮ ਦੇਣਾ, ਮੈਂ ਤਾਂ ਆਪਣੀ ਹੋਂਦ ਨੂੰ ਖਤਮ ਕਰਨ ਵਾਸਤੇ ਆਇਆ ਹੈ। ਆਪ ਗਵਾਈਏ ਤਾਂ ਸਹੁ ਪਾਈਏ। ਮੇਰਾ ਮਾਲਕ ਮੇਰੇ ਤੇ ਖੁਸ਼ ਹੈ। ਮੈਨੂੰ ਲੋਕਾਂ ਦੀ ਮਾਣ ਪਰਬਤਾ ਦਾ ਨਹੀਂ ਹੈ ਵੀ ਮੇਰੀ ਮਾਣ ਪਰਬਤਾ ਹੋਵੇ, ਲੋਕ ਮੇਰੀ ਉਸਤਤ ਕਰਨ। ਨਹੀਂ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸੀ, ਸਿੱਧ ਕਹਿਣ ਲੱਗੇ ਤੂੰ ਸਾਡੇ ਨਾਲ ਰਲ ਜਾ, ਅਸੀਂ ਤੇਰੀ 4 ਯੁੱਗਾਂ ਦੀ ਅਵਸਥਾ ਕਰ ਦਾਂਗੇ। ਸਤਿਗੁਰੂ ਹੱਸ ਪਏ। ਮੇਰੇ ਮਾਲਕ ਦਾ ਹੱਸਣਾ ਵੀ, ਸਾਰਾ ਸੰਸਾਰ ਹੀ ਹੱਸ ਪੈਂਦਾ ਜਦੋਂ ਗੁਰੂ ਨਾਨਕ ਹੱਸਿਆ। ਸਤਿਗੁਰੂ ਕਹਿੰਦੇ ਜੇ ਜੁਗ ਚਾਰੇ ਆਰਜਾ ਐ ਸਿੱਧੋ, ਤੁਸੀਂ 4 ਯੁੱਗਾਂ ਦੀ ਅਵਸਥਾ ਕਹਿੰਦੇ ਆ, ਇਸ ਤੋਂ ਵੀ 10 ਗੁਣਾ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, 40 ਯੁੱਗਾਂ ਦੀ ਅਵਸਥਾ ਹੋ ਜੇ। ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲਿਆ ਸਭ ਕੋਈ। ਸਾਰੇ ਲੋਕ ਮੈਨੂੰ ਜਾਣਦੇ ਹੋਣ ਤੇ ਮੇਰੇ ਨਾਲ ਤੁਰਦੇ ਹੋਣ, ਜਦੋਂ ਮੈਂ ਤੁਰਾਂ ਮੇਰੇ ਮਗਰ ਇਕੱਠ ਹੋ ਜੇ। ਬਾਬੇ ਬੜੇ ਖੁਸ਼ ਹੁੰਦੇ ਆ ਇਹ ਮੇਰੇ ਮਗਰ ਇੰਨੀਆਂ ਕਾਰਾਂ, ਇੰਨੇ ਲੋਕ ਮੈਨੂੰ ਦੇਖਣ ਆਉਂਦੇ ਆ। ਮਾਣ ਪਰਬਤਾਂ 'ਚ ਵੜ ਜਾਂਦੇ ਆ। ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲਿਆ ਸਭ ਕੋਈ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਸਿੱਧੋ ਜੇਕਰ ਮੈਂ ਪਰਮੇਸ਼ਰ ਦੀ ਸਮਤ ਦਿੰਦੇ ਆ, ਸਮਝਾਉਂਦੇ ਆ, ਪਰਮੇਸ਼ਰ ਤਾਂ ਆਪ ਸੀ। ਬਾਣੀ ਕਹਿੰਦੀ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਆਇਆ ਪਰਮੇਸ਼ਰ। ਕਹਿਣ ਲੱਗੇ ਸਿੱਧੋ ਜੇਕਰ ਮੈਂ ਮਾਲਕ ਦੀ ਨਜ਼ਰਾਂ ਵਿੱਚ ਨਾ ਆਇਆ ਫਿਰ ਇੰਨਾ ਕੁਝ ਕਰਨ ਦਾ ਫਾਇਦਾ ਕੀ ਹੈ। ਬਾਬਾ ਜੀ ਕਹਿੰਦੇ ਗੱਲ ਤਾਂ ਸਾਰੀ ਗੁਰੂ ਨਾਨਕ ਨੂੰ ਖੁਸ਼ ਕਰਨ ਦੀ ਹੈ। ਮੈਨੂੰ ਮਾਣ ਪਰਬਤਾ ਦੀ ਲੋੜ ਨਹੀਂ ਹੈ। ਨਹੀਂ ਕੋਈ ਮੱਥਾ ਟੇਕਦਾ ਮੈਂ ਨਾ ਆਵੇ, ਨਹੀਂ ਕਿਸੇ ਨੇ ਆਉਣਾ ਨਾ ਆਵੇ। ਮੈਂ ਗੁਰੂ ਨਾਨਕ ਦਾ ਉਪਾਸ਼ਕ ਹਾਂ। ਇੱਕ ਮਿੱਤਰ ਤੇ ਇੱਕ ਦਰ। ਸਿੱਖ ਵਾਸਤੇ ਹੁਕਮ ਹੈ, ਇੱਕ ਦਰ ਐਸਾ ਬਣਾ ਲਓ ਜਿੱਥੇ ਤੁਸੀਂ ਜਾ ਕੇ ਸੱਚ ਬੋਲ ਸਕੋ। ਉਹ ਦਰ ਕਿਹੜਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾ ਕੇ ਆਪਣੇ ਸਾਰੇ ਉਹ ਪਾਪ ਕੀਤੇ ਹੋਏ ਦੱਸ ਦਿਓ। ਮੇਰੇ ਮਾਲਕ ਮੈਂ ਪਾਪੀ ਗੁਨਹਗਾਰ, ਮੈਂ ਪਾਪੀ, ਤੂੰ ਬਖਸ਼ਣਹਾਰ, ਮੈਨੂੰ ਬਖਸ਼ ਲੈ। ਮੇਰਾ ਮਾਲਕ ਐਡਾ ਸਮਰੱਥ ਹੈ, ਉਹ ਜਦ ਹੀ ਬਖਸ਼ ਦਿੰਦਾ, ਸਮਤ ਦੇ ਦਿੰਦਾ। ਇਹ ਰਸਤਾ ਛੱਡ ਦੇ, ਇਹ ਮਾਇਆ ਦਾ ਰਸਤਾ, ਇੱਧਰਲੇ ਰਸਤੇ ਆ ਜਾ, ਇਹ ਨਾਮ ਦਾ ਰਸਤਾ ਹੈ। ਇੱਕ ਦਰ
ਇੱਕ ਮਿੱਤਰ, ਦੋ ਚੀਜ਼ਾਂ ਹਰ ਇੱਕ ਬੰਦੇ ਵਾਸਤੇ ਜ਼ਰੂਰੀ ਆ। ਮੰਦਿਰ ਦੇ ਵਿੱਚ ਜਾ ਕੇ ਸੱਚ ਬੋਲੋ, ਉੱਥੇ ਆਪਣੇ ਆਪ ਨੂੰ ਦਾਨੀ ਨਾ ਖਵਾਓ, ਗੁਰਦੁਆਰੇ ਜਾ ਕੇ ਦਾਨੀ ਨਾ ਖਵਾਓ, ਮਸਜਿਦ ਦੇ ਵਿੱਚ ਜਾ ਕੇ ਦਾਨੀ ਨਾ ਬਣੋ, ਚਰਚ ਵਿੱਚ ਜਾ ਕੇ ਦਾਨੀ ਨਾ ਬਣੋ। ਕਿਸੇ ਮਸਜਿਦ ਦੇ ਵਿੱਚ ਜਾਂ ਕਿਸੇ ਤੁਸੀਂ ਦੇਖਿਆ ਕਿ ਚੜਾਵਾ ਚੜਦਾ ਚਰਚ ਵਿੱਚ? ਆ ਚੜਾਵੇ ਸਿਰਫ ਆਪਣੇ ਹੀ ਆ, ਇੱਥੇ ਰੌਲਾ ਸਾਰਾ ਚੜਾਵੇ ਦਾ ਹੀ ਆ। ਭੀਖ ਮੰਗਣ ਵਾਸਤੇ ਗੁਰੂ ਗ੍ਰੰਥ ਸਾਹਿਬ ਰੱਖਤਾ ਵੀ ਤੂੰ ਭੀਖ ਮੰਗੀ ਚੱਲ, ਤੈਨੂੰ ਦੇਖ ਕੇ ਲੋਕ ਪਾਉਣਗੇ। ਖਰਚਣ ਵਾਸਤੇ ਪ੍ਰਧਾਨ ਆ ਗਿਆ, ਆ ਜੀ ਗੁਰਦੁਆਰੇ ਦਾ ਪ੍ਰਧਾਨ ਆ, ਇਹ ਪੈਸਾ ਖਰਚੂਗਾ। ਖਰਚਦਾ ਉਹ ਆ, ਪੈਸੇ ਇਹ ਇਕੱਠੇ ਕਰਦਾ। ਮੰਗਤਾ ਬਣਾਇਆ ਗੁਰੂ ਗ੍ਰੰਥ ਸਾਹਿਬ ਇਹਨਾਂ ਲੋਕਾਂ ਨੇ। ਮੰਗਦਾ ਨਹੀਂ ਹੈ, ਇਹ ਤਾਂ ਪ੍ਰੇਮ ਮੰਗਦਾ। ਸਾਚ ਕਹੂੰ, ਕਲਗੀਆਂ ਵਾਲੇ ਪਿਤਾ ਫਰਮਾਨ ਕਰਦੇ ਆ, ਸਾਚ ਕਹੂੰ ਸੁਨ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਨਾਲ ਮਿਲਦਾ। ਹਾਂ, ਮੈਂ ਬੇਨਤੀ ਕਰ ਰਿਹਾ ਸੀ, ਇਹ ਕਈਆਂ ਤੇ ਮਾਇਆ ਪੈ ਜਾਂਦੀ ਆ, ਉਹ ਤੋੜ ਮਰੋੜ ਕੇ ਇੱਧਰ ਉੱਧਰ ਪੇਚ ਕਰ ਦਿੰਦੇ ਆ। ਇੱਕ ਦਿਨ ਬਾਬੇ ਨਾਮਦੇਵ ਦੀ ਗੱਲ ਚੱਲੀ, ਮੈਨੂੰ ਮੁੰਡੇ ਪੁੱਛਣ ਲੱਗੇ, ਕਹਿੰਦੇ ਬਾਬਾ ਜੀ ਵੀ ਉਹ ਕੀ ਸੀਗੀ? ਉਹ ਮੈਂ ਕਿਹਾ ਗੱਲ ਤਾਂ ਕੁਛ ਨਹੀਂ ਜੀ, ਇਹ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਆ। ਮੈਂ ਭਗਵਾਨ ਕ੍ਰਿਸ਼ਨ ਦੀ ਉਸਤਤ ਕਰਤੀ ਤੇ ਮੈਂ ਕਿਹਾ ਇਹਨਾਂ ਨੂੰ ਔਖਾ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਇੱਕ ਦਿਨ ਪਠਾਨ ਦਾ ਰੂਪ ਧਾਰਨ ਕਰਕੇ ਉਧਰ ਬਾਬਾ ਨਾਮਦੇਵ ਜੀ ਕੱਪੜਿਆਂ ਦੀ ਪਣ ਚੁੱਕ ਕੇ ਲਿਆਏ, ਧੋਣ ਲੱਗੇ ਤੇ ਕਹਿਣ ਲੱਗੇ, ਸੱਚਾ ਪਾਤਸ਼ਾਹ ਵੀ ਜੇਕਰ ਤੂੰ ਮੈਨੂੰ ਕੋਈ ਘੋੜੀ ਘਾੜੀ ਦੇ ਦੇਵੇਂ ਤੇ ਫਿਰ ਮੈਂ ਘੋੜੀ ਤੇ ਕੱਪੜੇ ਰੱਖ ਕੇ ਲਿਆਇਆ ਕਰਾਂ ਤੇ ਤੁਹਾਡਾ ਨਾਮ ਹੀ ਜਪਿਆ ਕਰਨਾ ਮੈਂ ਵਿਹਲਾ ਬੈਠ ਕੇ। ਬਸ ਇੰਨੀ ਗੱਲ ਮਨ ਦੇ ਵਿੱਚ ਸੋਚੀ ਹੈ ਤੇ ਮੂੰਹ ਤਾਹਾਂ ਨੂੰ ਚੁੱਕਿਆ ਤਾਂ ਸਾਹਮਣੇ ਇੱਕ ਪਠਾਨ ਖੜਾ। ਉਹ ਪਰਮੇਸ਼ਰ ਪਠਾਨ ਦਾ ਰੂਪ ਧਾਰਨ ਕਰਕੇ ਖੜ ਗਿਆ। ਕਹਿੰਦਾ, ਨਿੱਗਰ ਇਧਰ ਆਓ, ਨਿੱਕੀ ਤੇਰੀ ਬਿਗਾੜੀ ਹਾਲੇ ਤੇਰਾ ਨਾਮ। ਹੱਥ ਜੋੜੀ ਪਠਾਨ ਦਾ ਰੋਹ ਬੜਾ ਸੀ। ਜਦੋਂ ਕਹਿੰਦਾ ਮੇਰੀ ਘੋੜੀ ਤਾਜੀ ਸੂਈ ਆ, ਬੇਚਾਰੀ ਚੁੱਕ। ਮਨ ਦੇ ਵਿੱਚ ਸੋਚਦਾ ਵੀ ਪਰਮੇਸ਼ਰ, ਮੈਂ ਤਾਂ ਚੜਨ ਵਾਸਤੇ ਮੰਗੀ ਸੀ, ਚੱਕਣ ਵਾਸਤੇ ਤਾਂ ਮੈਂ ਮੰਗੀ ਨਹੀਂ। ਤੇ ਇਹ ਕੀ ਗੱਲ ਹੋ ਗਈ? ਪਠਾਨ ਹੱਸ ਪਿਆ। ਉਹ ਕਹਿੰਦਾ ਚੱਕ। ਕਹਿਣ ਲੱਗਾ ਹੁਣ ਨਹੀਂ ਚੱਕਣੀ। ਕਹਿੰਦਾ ਕੀ ਗੱਲ? ਕਹਿੰਦਾ ਹੁਣ ਤੂੰ ਪਛਾਣਿਆ ਗਿਆ। ਰੱਬ ਨੂੰ ਬਾਬੇ ਨਾਮਦੇਵ ਨੇ ਪਛਾਣ ਲਿਆ। ਉਹ ਸਾਡੀਆਂ ਤਾਂ ਅੱਖਾਂ ਮਰ ਜਾਣ, ਸਾਨੂੰ ਕਿਤੇ ਰੱਬ ਦਿਸਦਾ ਹੀ ਨਹੀਂ। ਪਠਾਨ ਨੂੰ ਪੱਗ ਨਹੀਂ ਬੰਨਣੀ ਆਉਂਦੀ, ਉਹ ਕੁੱਲਾ ਸਿਰ ਤੇ ਲਾ ਕੇ ਤੇ ਉੱਤੋਂ ਦੀ ਰਸਾ ਜਿਹਾ ਪੱਗ ਲਪੇਟ ਲੈਂਦਾ। ਫਿਰ ਬਾਬੇ ਨਾਮਦੇਵ ਨੇ ਨਾਲੇ ਪ੍ਰਕਮਿਆ ਕੀਤੀ ਤੇ ਨਾਲੇ ਉਸਤਤ ਕੀਤੀ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਤੇ ਪਰਮੇਸ਼ਰ ਦਵਾਰਕਾ ਨਗਰੀ ਕਾਹੇ ਕਿ ਮੰਗੋਲ, ਕਿ ਦਵਾਰਕਾ ਨਗਰੀ ਦੇ ਵਿੱਚ ਉੱਥੇ ਤੁਹਾਡੇ ਕੋਲ ਪਠਾਨ ਵੀ ਰਹਿੰਦੇ ਆ, ਤਾਂ ਹੀ ਤੁਸੀਂ ਰੂਪ ਧਾਰਨ ਕੀਤਾ। ਸਾਡੇ ਲੋਕ ਪੁੱਠੀਆਂ ਸਿੱਧੀਆਂ ਸਾਖੀਆਂ ਬਣਾਉਂਦੇ, ਜੋ ਕਿਵੇਂ ਪ੍ਰਗਟ ਹੋ ਗਿਆ। ਬਾਬਾ
ਮਰਦਾਨਾ ਤੇ ਗੁਰੂ ਸਾਹਿਬ ਮਦੀਨੇ ਦੇ ਵਿੱਚ ਮਰਦਾਨੇ ਨੂੰ ਹੱਸਦੇ ਆ। ਰੱਬ ਦਾ ਹੱਸਣਾ ਵੀ ਕੋਈ ਮਾਮੂਲੀ ਚੀਜ਼ ਤਾਂ ਨਹੀਂ ਹੈ। ਮਰਦਾਨਿਆਂ ਕਿ ਹਾਂ ਜੀ, ਉਹ ਕਹਿੰਦਾ ਜੇ ਤੂੰ ਮਰ ਗਿਆ ਇੱਥੇ, ਬੋਲ ਮੈਂ ਤੇਰੀ ਕਿਹੜੀ ਕਿਰਿਆ ਕਰਾਂ। ਕਹਿੰਦਾ ਬਾਬਾ ਕਿਉਂ ਡਰਾਉਣਾ, ਪ੍ਰਦੇਸਾਂ ਦੇ ਵਿੱਚ ਆ, ਜੇ ਮਰ ਗਏ ਤਾਂ ਫਿਰ ਆਪਣਾ ਤਾਂ ਕੋਈ ਰੋਣ ਵਾਲਾ ਵੀ ਹੈ ਨਹੀਂ। ਉਹ ਕਹਿੰਦੇ ਨਹੀਂ, ਤੂੰ ਮੈਨੂੰ ਦੱਸ। ਸਤਿਗੁਰੂ ਹੱਸ ਕੇ ਕਹਿੰਦੇ ਉਹਨੂੰ, ਮਰਦਾਨੇ ਨੂੰ, ਕਹਿੰਦੇ ਜੇ ਕਹੇ ਪੰਡਤ ਵਾਲੀ ਕਰਦਾ ਤੇਰੇ ਖੇਡ। ਪੰਡਤ ਨੂੰ ਪਾਣੀ ਦੇ ਵਿੱਚ ਰੋੜਿਆ ਜਾਂਦਾ, ਛਤਰੀ ਨੂੰ ਜਲਾਇਆ ਜਾਂਦਾ। ਹੁਣ ਆਪਾਂ ਅਗਨੀ ਭੇਟ ਨਹੀਂ ਕਰਦੇ ਮ੍ਰਿਤਕ ਨੂੰ, ਤੇ ਬੈਸ਼ ਨੂੰ ਇਹਦੀ ਲੱਤੋਂ ਫੜ ਕੇ ਇਹਨੂੰ ਬਾਹਰ ਘਸੀੜ ਕੇ ਸੜ ਦਿੰਦੇ ਆ। ਗਿਰਜਾਂ ਹੋਰ ਪਸ਼ੂ ਪੰਛੀ ਇਹਨੂੰ ਖਾ ਜਾਂਦੇ ਆ। ਇਹਦੀ ਇਹ ਮਰਜ਼ਾਦਾ। ਤੇ ਸ਼ੂਦਰ ਦੀ ਮਰਜ਼ਾਦਾ ਹੈਗੀ ਦਫਨਾਉਣ ਦੀ। ਵੀ 4 ਮਰਜ਼ਾਦਾ ਦੱਸ, ਮੈਂ ਇਹਨਾਂ ਵਿੱਚੋਂ ਤੇਰੀ ਕਿਹੜੀ ਮਰਜ਼ਾਦਾ ਕਰਾਂ ਜੇ ਤੂੰ ਸਰੀਰ ਛੱਡ ਗਿਆ। ਮਰਦਾਨਾ ਕਹਿੰਦਾ ਬਾਬਾ ਮੈਨੂੰ ਕਿਉਂ ਡਰਾਉਣਾ, ਮੈਂ ਤਾਂ ਆਪਦੀ ਘਰ ਵਾਲੀ ਦਾ ਮੂੰਹ ਵੀ ਨਹੀਂ ਦੇਖਿਆ, ਤੇ ਮੈਂ ਤਾਂ ਤੇਰੇ ਨਾਲ ਹੀ ਉੱਠਿਆ ਆ। ਸਤਿਗੁਰੂ ਹੱਸ ਪਏ। ਮਰਦਾਨਾ ਇੱਕ ਦਿਨ ਬੇਨਤੀ ਕਰਨ ਲੱਗਾ, ਮਹਾਰਾਜ ਜੇਕਰ ਤੁਸੀਂ ਬਾਹਲਾ ਹੀ ਟੁੱਠੇ ਆ ਨਾ, ਕਬਰ ਕਹੇ ਤੇਰੀ ਕਬਰ ਬਣਾ ਦੂੰ। ਉਹ ਕਹਿੰਦਾ ਇੱਕ ਕਬਰ ਚੋਂ ਕੱਢ ਕੇ ਦੂਜੀ ਕਬਰ 'ਚ ਕਿਉਂ ਬਾੜਦਾ। ਕਹਿੰਦਾ ਬੋਲ ਫਿਰ ਕੀ ਮੰਗੀ ਤੇਰੀ। ਕਹਿੰਦਾ ਬਾਬਾ ਆਪਦੇ ਚਰਨਾਂ 'ਚ ਹੀ ਨਿਵਾਸ ਦੇ ਦੀ। ਉਹ ਗੁਰੂ ਨਾਨਕ ਦੇ ਚਰਨ। ਮਰਦਾਨੇ ਨੇ ਮੰਗ ਕੀ ਮੰਗੀ, ਹੇ ਗੁਰੂ ਨਾਨਕ ਤੂੰ ਆਪਦੇ ਚਰਨਾਂ ਵਿੱਚ ਨਿਵਾਸ ਦੇਈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਸਾਨੂੰ ਤਾਂ ਮਾਇਆ ਲੱਗੀ ਹੋਈ ਹੈ। ਬਾਬੇ ਮਰਦਾਨੇ ਦੀ ਮਾਇਆ ਦੂਰ ਸੀ। ਮੈਂ ਕਿਹਾ ਜੀ ਉਦੋਂ ਪ੍ਰਗਟ ਹੋ ਸਕਦਾ, ਹੁਣ ਨਹੀਂ ਹੋ ਸਕਦਾ। ਸਾਡੀਆਂ ਸੋਚਾਂ ਹੀ ਗਲਤ ਆ। ਅਸੀਂ ਕਦੇ ਸੱਚੇ ਦਿਲੋਂ ਅਰਦਾਸ ਹੀ ਨਹੀਂ ਕੀਤੀ। ਅਰਦਾਸ ਵੀ ਕਾਣੀ ਕਰਦੇ ਹਾਂ ਅਸੀਂ, ਇੱਕ ਅੱਖ ਖੋਲ ਲੈਂਦੇ, ਇੱਕ ਨਾ ਕਿਉਂ ਬਈ ਕਿਸੇ ਨੇ ਮੇਰੇ ਹੱਥ ਦੇ ਵਿੱਚ ਭਾਈ ਆਏ, ਹੱਥ ਜੋੜ ਕੇ ਖੜ ਜਾਂਦੇ, ਵਿਚਾਲੇ ਖੁੱਲ੍ਹਾ ਰੱਖ ਲੈਂਦੇ ਆ ਵੀ ਕੋਈ ਆ ਕੇ ਵਿੱਚ ਐ ਪਾ ਦੇਵੇ ਪੈਸੇ। ਅਰਦਾਸ ਕਰ ਰਹੇ ਨਾ ਅਸੀਂ। ਉਹ ਭੋਲੀਆਂ ਭਾਲੀਆਂ ਬੀਬੀਆਂ ਵੀ ਇਹਦੀ ਅਰਦਾਸ ਕੀਤੀ ਹੋਈ ਸਾਨੂੰ ਐ ਹੋ ਜੂਗਾ। ਤੁਸੀਂ ਆਪ ਨਹੀਂ ਕਰ ਸਕਦੇ। ਰੱਬ ਕੋਲੋਂ ਸਿੱਧੇ ਮੰਗੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾਓ। ਜੇ ਤੁਸੀਂ ਉਹਨੂੰ ਆਪਣਾ ਸਮਝੋਗੇ ਤੇ ਫੇਰ ਹੀ ਤੁਹਾਨੂੰ ਆਪਦਾ ਸਮਝੂਗਾ। ਤੁਸੀਂ ਤਾਂ ਜਾਣੇ ਹੋ ਮੱਥਾ ਟੇਕ ਕੇ ਆ ਦੇਖੀ ਫਿਰ ਬਾਬਿਆਂ ਦੇ ਡਿੱਗਦੇ ਇੱਧਰ ਨੂੰ, ਇੱਧਰ ਦੀ ਕੋਈ ਉੱਧਰ ਦੀ ਮੱਥਾ ਟੇਕਦਾ, ਤੇ ਬਾਬੇ ਫਿਰ ਹੋ ਜਾਂਦੇ ਚੌੜੇ ਹੋ ਕੇ ਗੱਲਾਂ ਕਰਦੇ। ਇਹ ਸਰਬ ਵਿਆਪਕ ਦੇ ਉਪਾਸ਼ਕਾ ਸੀ। ਅਸੀਂ ਨਹੀਂ ਮੰਨਦੇ ਹੋਰ ਕਿਸੇ ਨੇ। ਸਾਡੇ ਯਾਰ ਕਿਸੇ ਨੇ ਆਉਣਾ ਤਾਂ ਆ ਜਾਓ, ਨਹੀਂ ਆਉਣਾ ਨਾ ਆਓ। ਨਾਲ ਲੱਗੋਂ ਕੱਟ ਵੀ ਦਿੰਦੇ ਆ, ਬੜਕ ਵੀ ਬੜੀ ਮਾਰਦੇ ਆ ਵੀ ਸਾਡੇ ਵਾਲ ਜੀ ਨੇ ਆਉਣਾ ਆ ਜਾਓ, ਨਹੀਂ ਆਉਣਾ ਨਾ ਆਓ। ਇਹ ਜਿਹੜੀਆਂ ਹੁੰਦੀਆਂ ਗੁਰਮਤ ਨਹੀਂ ਹੈ, ਮਨਮਤ ਹੈ। ਸਰਵ ਵਿਆਪਕ ਸਾਨੂੰ ਮਿਲੇ ਨਾ, ਸਰਵ ਵਿਆਪਕ ਸਾਡੀਆਂ ਅੱਖਾਂ ਨੂੰ ਦਿਸੇ ਨਾ, ਕੀ ਕਰਾਂਗੇ। ਹੁਣ ਪਾਣੀ ਕਰਦੇ ਮਿੱਟੀ ਜੀ, ਅਸੀਂ ਮਿੱਟੀ ਖਾਵਾਂਗੇ। ਕੋਈ ਨਲਕਾ ਲੱਗਾ ਹੋਊ, ਕੋਈ ਬੈਠਾ ਹੋਊ ਰੱਬ ਦਾ ਫਕੀਰ। ਸਾਧੂ ਵੀ 2 ਤਰ੍ਹਾਂ ਦੇ, ਸਾਧੂ ਭੂਖਾ ਭਾਵਕਾ, ਧਨਕਾ ਭੂਖਾ ਨਾਹੀਂ। ਸੁਣ ਲਓ, ਸਾਰੇ ਸਾਧੂ ਕਿੱਦਾਂ ਦੇ ਹੁੰਦੇ ਆ। ਸਾਧੂ ਭੂਖਾ ਭਾਵਕਾ, ਪ੍ਰੇਮ ਦਾ ਭੁੱਖਾ। ਧਨਕਾ ਭੂਖਾ ਨਾਹੀਂ, ਧਨਕਾ ਭੂਖਾ ਜੋ ਫਿਰੇ ਸੋ ਤੋ ਸਾਧੂ ਨਾਹੀਂ। ਮਹਾਰਾਜ ਕਹਿੰਦੇ ਉਹ ਤਾਂ ਸਾਧੂ ਹੀ ਨਹੀਂ ਹੈ।
शिष को ऐसा चाहिए गुर को सर्वस दे, गुर को ऐसा चाहिए शिष का कछु ना ले। त्यागी होवे, दोवें त्यागी होण, एक दूजे तो कुर्बान होण वाले, फिर तो होया ना ये सिख ते गुरु। ਤੇ ਜੇਕਰ ਉਹ ਕੱਪੜੇ ਵੀ ਲਾਉਣੇ ਹੋਏ ਵੀ ਆਇਆ ਤਾਂ ਕੀ ਲੈ ਕੇ ਆਇਆ ਤੇ ਗਿਆ ਤੇ ਕੀ ਦੇ ਕੇ ਗਿਆ, ਜੇ ਇਹੋ ਜਿਹਾ ਕੰਮ ਫੇਰ ਨਹੀਂ ਬਈ, ਫੇਰ ਤਾਂ ਇਹ ਰੱਬ ਤੋਂ ਬਹੁਤ ਦੂਰ ਆ, ਕਰੋੜਾਂ ਕੋ ਜਿਹੜੇ ਹੁੰਦੇ ਹੋਏ ਵੀ ਦੂਰ ਹੈ। ਗੁਰੂ ਨਾਨਕ ਕਿੱਥੇ ਹੈ? ਜਿੱਥੇ ਗੁਰੂ ਨਾਨਕ ਦੀ ਮੱਤ ਹੈ। ਤੁਸੀਂ ਗੁਰੂ ਨਾਨਕ ਦੀ ਮੱਤ ਅਪਣਾ ਲਓ। ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣਾ, ਹੈ ਤਾਂ ਨੇੜੇ ਹੀ ਆ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਕਿਹਦੇ? ਗੁਰਮੁਖਾਂ ਦੇ। ਆ ਮੇਰੇ ਵਰਗੇ ਦੇ ਨਾਲ ਨਹੀਂ ਹੈ, ਜਿਹੜੇ ਬਹੁਤੇ ਵੜਕਾ ਮਾਰਦੇ ਇਹਨਾਂ ਦੇ ਨਾਲ ਨਹੀਂ ਹੈ। ਇਹਨਾਂ ਤੋਂ ਰੱਬ 100 ਕੋ ਦੂਰ, ਨੇੜੇ ਨਹੀਂ ਆਉਂਦਾ ਇਹਨਾਂ ਦੀ। ਉਹ ਕਹਿੰਦੇ ਛੱਡੋ ਪਰ, ਹੰਕਾਰੀ ਪੁਰਸ਼ ਹੈ, ਹੰਕਾਰ ਨਾਲ ਭਰੇ ਹੋਏ ਆ ਇਹ ਲੋਕ। ਸੋ ਭਾਈ ਗੁਰਸਿੱਖੋ, ਅੱਜ ਦਾ ਵਿਚਾਰ ਇੰਨਾ ਹੀ ਆ। ਬਾਕੀ ਮੇਰਾ ਮਾਲਕ ਕਿਰਪਾ ਕਰੂਗਾ ਫਿਰ ਸਹੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।